Hello everyone, welcome to द्रोणाचार्य IAS। ਅਸੀਂ ਆਪਣੀ ਲਾਸਟ ਵੀਡੀਓ ਦੇ ਵਿੱਚ ਗੁਰਦੁਆਰਾ ਰਿਫਾਰਮ ਮੂਵਮੈਂਟਸ ਦੀ ਗੱਲ ਕੀਤੀ ਸੀ ਤੇ ਅੱਜ ਅਸੀਂ ਪੰਜਾਬ ਰਿਆਸਤੀ ਪ੍ਰਜਾ ਮੰਡਲ ਬਾਰੇ ਦੇਖਦੇ ਹਾਂ ਕਿ ਇਹ ਕੀ ਸੀਗਾ। ਤਾਂ ਪੰਜਾਬ ਰਿਆਸਤੀ ਪ੍ਰਜਾ ਮੰਡਲ ਇੱਕ ਆਰਗੇਨਾਈਜੇਸ਼ਨ ਸੀ ਜੋ ਲੋਕਾਂ ਨੇ ਬਣਾਈ। ਕਿੰਨਾ ਲੋਕਾਂ ਨੇ ਬਣਾਈ ਉਹ ਅਸੀਂ ਅੱਗੇ ਚੱਲ ਕੇ ਗੱਲ ਕਰਾਂਗੇ ਕਿ ਕਿਵੇਂ ਇਹਦਾ ਜਨਮ ਹੁੰਦਾ ਹੈ, ਕਿਉਂ ਇਹ ਆਰਗੇਨਾਈਜੇਸ਼ਨ ਜੋ ਹੈ ਬਣਦੀ ਹੈ। ਤਾਂ ਪੰਜਾਬ ਦੇ ਵਿੱਚ ਇਹ ਪ੍ਰਿੰਸਲੀ ਸਟੇਟਸ ਦੇ ਅਗੇਂਸਟ ਇੱਕ ਆਰਗੇਨਾਈਜੇਸ਼ਨ ਬਣਾਈ ਗਈ ਸੀ 17 ਜੁਲਾਈ 1928। ਕਿਹੜੀਆਂ ਪ੍ਰਿੰਸਲੀ ਸਟੇਟਸ? ਕਿਉਂਕਿ ਉਹ ਸਾਰੀਆਂ ਪ੍ਰਿੰਸਲੀ ਸਟੇਟਸ ਜੋ ਕਿ ਮੈਲ ਐਡਮਿਨਿਸਟ੍ਰੇਸ਼ਨ ਕਰ ਰਹੀਆਂ ਸੀਗੀਆਂ, ਵਧੀਆ ਤਰੀਕੇ ਦੇ ਨਾਲ ਸਟੇਟ ਨੂੰ ਨਹੀਂ ਚਲਾ ਰਹੀਆਂ ਸੀ ਜਾਂ ਲੋਕਾਂ ਦੇ ਨਾਲ ਉਹ ਦੁਰਵਿਵਹਾਰ ਕਰਦੀਆਂ ਸੀਗੀਆਂ, ਤਾਂ ਉਹਨਾਂ ਦੇ ਅਗੇਂਸਟ ਇੱਕ ਆਰਗੇਨਾਈਜੇਸ਼ਨ ਬਣੀ ਜਿਹਨੂੰ ਨਾਮ ਦਿੱਤਾ ਗਿਆ ਪੰਜਾਬ ਰਿਆਸਤੀ ਪ੍ਰਜਾ ਮੰਡਲ। ਜਾਂ ਇਹਨੂੰ ਇੱਕ ਮੂਵਮੈਂਟ ਦੇ ਵਜੋਂ ਵੀ ਦੇਖਿਆ ਜਾਂਦਾ ਹੈ ਕਿ ਇਹ ਇੱਕ ਮੂਵਮੈਂਟ ਸੀਗੀ ਜੋ ਕਿ ਪ੍ਰਿੰਸਲੀ ਸਟੇਟਸ ਦਾ ਸੁਧਾਰ ਕਰਨ ਦੇ ਲਈ ਅੱਗੇ ਆਈ ਸੀ। ਇਹਦਾ ਮੇਨ ਆਬਜੈਕਟਿਵ ਕੀ ਸੀਗਾ ਇਸ ਪ੍ਰਜਾ ਮੰਡਲ ਦਾ? ਤਾਂ ਇਹਨਾਂ ਦਾ ਮੇਨ ਆਬਜੈਕਟਿਵ ਸੀਗਾ ਸਿਵਲ ਲਿਬਰਟੀਜ਼ ਨੂੰ ਸਿਕਿਉਰ ਕਰਨਾ। ਦੈਟ ਮੀਨਸ ਪ੍ਰਿੰਸਲੀ ਸਟੇਟਸ ਦੇ ਵਿੱਚ ਲੋਕਾਂ ਨੂੰ ਕਿਸੇ ਤਰੀਕੇ ਦੇ ਕੋਈ ਵੀ ਹੱਕ ਨਹੀਂ ਦਿੱਤੇ ਗਏ ਸੀਗੇ, ਉਹਨਾਂ ਨੂੰ ਕੋਈ ਰਾਈਟਸ ਨਹੀਂ ਸੀ, ਨਾ ਉਹ ਖੁੱਲ ਕੇ ਬੋਲ ਸਕਦੇ ਸੀ ਆਪਣੀ ਸਰਕਾਰ ਦੇ ਅਗੇਂਸਟ, ਨਾ ਆਪਣੇ ਹੱਕਾਂ ਬਾਰੇ ਜੋ ਹੈ ਕੋਈ ਗੱਲ ਕਰਦੇ ਸੀਗੇ। ਤਾਂ ਇਹ ਉਹਨਾਂ ਹੀ ਲਿਬਰਟੀਜ਼ ਨੂੰ ਉਹਨਾਂ ਨੂੰ ਦਿਵਾਉਣ ਦੇ ਲਈ ਅੱਗੇ ਆਏ। ਪੋਲੀਟੀਕਲ ਰਾਈਟਸ ਲੋਕਾਂ ਕੋਲ ਨਹੀਂ ਸੀ ਕਿਉਂਕਿ ਇਹ ਪ੍ਰਿੰਸਲੀ ਸਟੇਟਸ ਹੈਰੀਡਿਟਰੀ ਹੀ ਅੱਗੇ ਚੱਲਦੀਆਂ ਜਾ ਰਹੀਆਂ ਸੀ। ਲੋਕਾਂ ਦਾ ਕੋਈ ਰਾਏ ਮਸ਼ਵਰਾ ਜੋ ਹੈ ਨਹੀਂ ਲਿੱਤਾ ਜਾਂਦਾ ਸੀਗਾ। ਤੇ ਹੋਰ ਇੰਪੋਰਟੈਂਟ ਗੱਲ ਇੱਥੇ ਕੀ ਸੀ ਕਿ ਕੋਈ ਵੀ ਰਿਪਰੈਜ਼ੈਂਟੇਟਿਵ ਇੰਸਟੀਟਿਊਸ਼ਨ ਨਹੀਂ ਸੀਗਾ, ਜਿਵੇਂ ਕਿ ਕੋਈ ਲੈਜਿਸਲੇਟਿਵ ਅਸੈਂਬਲੀ ਨਹੀਂ ਸੀ, ਕੋਈ ਲੈਜਿਸਲੇਟਿਵ ਕਾਉਂਸਲ ਨਹੀਂ ਸੀਗੀ, ਤਾਂ ਕਿ ਜਿਹਦੇ ਥਰੂ ਲੋਕਾਂ ਦੇ ਰਿਪਰੈਜ਼ੈਂਟੇਟਿਵ ਜੋ ਨੇ ਲੋਕਾਂ ਦੀ ਸਮੱਸਿਆਵਾਂ ਨੂੰ ਅੱਗੇ ਰੱਖ ਸਕਣ ਤੇ ਸਰਕਾਰ ਉਹਨੂੰ ਦੇਖੇ। ਤਾਂ ਇਹ ਸਾਰੀ ਚੀਜ਼ਾਂ ਦੀ ਕਮੀ ਹੋਣ ਦੀ ਵਜ੍ਹਾ ਤੋਂ ਹੀ ਇਹ ਆਰਗੇਨਾਈਜੇਸ਼ਨ ਬਣੀ ਤੇ ਇਹਨੇ ਇੱਕ ਤਰੀਕੇ ਨਾਲ ਕਸਮ ਖਾਧੀ ਕਿ ਅਸੀਂ ਇਹ ਸਾਰੀਆਂ ਹੀ ਪ੍ਰੋਬਲਮ ਨੂੰ ਖਤਮ ਕਰਾਂਗੇ ਤੇ ਹਰ ਤਰੀਕੇ ਦਾ ਹੱਕ ਜੋ ਹੈ ਅਸੀਂ ਲੋਕਾਂ ਨੂੰ ਦਿਵਾਵਾਂਗੇ। ਜੇ ਹੁਣ ਅਸੀਂ ਬੈਕਗ੍ਰਾਉਂਡ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਐਕਚੁਅਲ ਦੇ ਵਿੱਚ ਇਹ ਆਰਗੇਨਾਈਜੇਸ਼ਨਸ ਬਣੀਆਂ ਕਿਉਂ, ਕਿਉਂਕਿ ਪ੍ਰਿੰਸਲੀ ਸਟੇਟਸ ਤਾਂ ਸ਼ੁਰੂ ਤੋਂ ਇਸੇ ਤਰੀਕੇ ਦੇ ਨਾਲ ਹੀ ਚੱਲਦੀਆਂ ਆ ਰਹੀਆਂ ਸੀ ਜਿੱਥੇ ਕਿ ਲੋਕਾਂ ਨੂੰ ਕੋਈ ਵੀ ਹੱਕ ਜੋ ਹੈ ਉਹ ਨਹੀਂ ਦਿੱਤੇ ਜਾਂਦੇ ਸੀ। ਪਰ ਹੁਣ ਅਚਾਨਕ ਦੇ ਵਿੱਚ ਐਵੇਂ ਦੀ ਕਿਹੜੀ ਗੱਲ ਹੋ ਗਈ ਕਿ ਇਹ ਆਰਗੇਨਾਈਜੇਸ਼ਨਸ ਬਣੀਆਂ? ਤਾਂ ਮੇਨ ਇੰਪੋਰਟੈਂਟ ਚੀਜ਼ ਕੀ ਸੀ? ਪੰਜਾਬ ਦੀ ਐਨੈਕਸੇਸ਼ਨ। ਕਿਉਂਕਿ ਪੰਜਾਬ ਦੀ ਐਨੈਕਸੇਸ਼ਨ ਹੋਣ ਤੋਂ ਬਾਅਦ ਬਹੁਤ ਸਾਰਾ ਹਿੱਸਾ ਜਿੰਨਾ ਕਿ ਪਹਿਲਾਂ ਰਣਜੀਤ ਸਿੰਘ ਦੇ ਅੰਡਰ ਸੀ ਉਹ ਸਾਰਾ ਹੁਣ ਬ੍ਰਿਟਿਸ਼ ਐਮਪਾਇਰ ਦਾ ਪਾਰਟ ਬਣ ਚੁੱਕਿਆ ਸੀ। ਤਾਂ ਇਸ ਕਰਕੇ ਦੋ ਅਲੱਗ-ਅਲੱਗ ਹਿੱਸੇ ਹੋਣ ਦੀ ਵਜ੍ਹਾ ਤੋਂ ਦੋ ਅਲੱਗ-ਅਲੱਗ ਤਰੀਕੇ ਦੇ ਨਾਲ ਐਡਮਿਨਿਸਟ੍ਰੇਸ਼ਨ ਜੋ ਹੈ ਪੰਜਾਬ ਦੀ ਹੋ ਰਹੀ ਸੀ। ਇੱਕ ਬ੍ਰਿਟਿਸ਼ ਇੰਡੀਆ ਬਣ ਗਿਆ ਤੇ ਇੱਕ ਉਹਦੇ ਵਿੱਚ ਪ੍ਰਿੰਸਲੀ ਸਟੇਟ ਸੀਗੀਆਂ। ਤਾਂ ਬ੍ਰਿਟਿਸ਼ ਇੰਡੀਆ ਦੇ ਵਿੱਚ ਉਹਨਾਂ ਨੇ ਕੀ ਦੇਖਿਆ ਕਿ ਕੰਪੈਰੀਟਿਵਲੀ ਉੱਥੇ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਲੋਕਾਂ ਦੀ ਗੱਲ ਨੂੰ ਸੁਣਿਆ ਜਾ ਰਿਹਾ, ਚਾਹੇ ਥੋੜਾ ਹੀ ਸਹੀ। ਕਿ ਬ੍ਰਿਟਿਸ਼ ਇੰਡੀਆ ਦੇ ਵਿੱਚ ਜੋ ਸੋਸ਼ੋ ਇਕਨੋਮਿਕ ਤੇ ਪੋਲੀਟੀਕਲ ਕੰਡੀਸ਼ਨਸ ਨੇ ਉਹ ਕਿਤੇ ਜ਼ਿਆਦਾ ਬੈਟਰ ਨੇ ਪ੍ਰਿੰਸਲੀ ਸਟੇਟਸ ਦੇ ਨਾਲੋਂ। ਕਿਉਂ ਬੈਟਰ ਲੱਗੀਆਂ? ਕਿਉਂਕਿ ਉੱਥੇ ਚਾਹੇ ਹੌਲੀ ਹੌਲੀ ਸਹੀ ਚਾਹੇ ਥੋੜਾ ਥੋੜਾ ਸਹੀ ਪਰ ਕਨਸਟੀਟਿਊਸ਼ਨਲ ਰਿਫਾਰਮਸ ਆ ਰਹੀ ਸੀ। ਕਿਉਂ ਆ ਰਹੀ ਸੀ? ਕਿਉਂਕਿ ਉੱਥੇ ਇੱਕ ਪੋਲੀਟੀਕਲ ਆਰਗੇਨਾਈਜੇਸ਼ਨਸ ਬਣਨੀਆਂ ਸ਼ੁਰੂ ਹੋ ਗਈਆਂ, ਇੰਡੀਅਨ ਨੈਸ਼ਨਲ ਕਾਂਗਰਸ ਵਰਗੀਆਂ, ਜਿਨ੍ਹਾਂ ਨੇ ਕਿ ਮਾਸ ਮੋਬਿਲਾਈਜੇਸ਼ਨ ਕੀਤੀ, ਲੋਕਾਂ ਨੂੰ ਆਪਣੇ ਨਾਲ ਜੋੜਿਆ, ਪਬਲਿਕ ਓਪੀਨੀਅਨ ਕ੍ਰੀਏਟ ਕੀਤਾ, ਅਵੇਅਰਨੈਸ ਜੋ ਹੈ ਕ੍ਰੀਏਟ ਕੀਤੀ ਲੋਕਾਂ ਦੇ ਵਿੱਚ। ਤਾਂ ਇਹਨਾਂ ਸਾਰੀ ਚੀਜ਼ਾਂ ਦੀ ਵਜ੍ਹਾ ਤੋਂ ਇੱਥੇ ਰਿਫਾਰਮਸ ਹੋ ਰਹੀ ਸੀ, ਇੱਥੇ ਚੇਂਜ ਆ ਰਹੀ ਸੀ, ਲੋਕਾਂ ਨੂੰ ਥੋੜੇ ਥੋੜੇ ਹੱਕ ਜੋ ਹੈ ਇੱਥੇ ਮਿਲਣੇ ਸ਼ੁਰੂ ਹੋ ਰਹੇ ਸੀ। ਪਰ ਜੇ ਦੇਖਿਆ ਜਾਏ ਪ੍ਰਿੰਸਲੀ ਸਟੇਟਸ ਦੇ ਵੱਲ, ਇਨ ਜਨਰਲ ਜੇ ਗੱਲ ਕਰੀਏ ਤਾਂ ਸਾਰੀਆਂ ਪ੍ਰਿੰਸਲੀ ਸਟੇਟਸ ਐਵੇਂ ਦੀ ਹੀ ਚੀਜ਼ ਹੋ ਰਹੀ ਸੀ। ਪਰ ਅਸੀਂ ਸਪੈਸੀਫਿਕ ਰਹਾਂਗੇ ਪੰਜਾਬ ਦੇ ਬਾਰੇ, ਤਾਂ ਪੰਜਾਬ ਦੇ ਵਿੱਚ ਜਿਹੜੀ ਪ੍ਰਿੰਸਲੀ ਸਟੇਟ ਸੀਗੀਆਂ ਉਹਦੇ ਵਿੱਚ ਟੋਟਲੀ ਉਲਟੀ ਚੀਜ਼ ਹੋ ਰਹੀ ਸੀ। ਇੱਥੇ ਕੋਈ ਵੀ ਕਿਸੇ ਤਰੀਕੇ ਦੇ ਵੀ ਰਿਫਾਰਮਸ ਜੋ ਹੈ ਉਹ ਨਹੀਂ ਆ ਰਹੇ ਸੀ, ਨਾ ਸੋਸ਼ੋ ਇਕਨੋਮਿਕ ਰਿਫਾਰਮਸ ਨਾ ਪੋਲੀਟੀਕਲ ਰਿਫਾਰਮਸ। ਕਿ ਇੱਥੇ ਜਿੰਨੀਆਂ ਵੀ ਪ੍ਰਿੰਸਲੀ ਸਟੇਟ ਸੀਗੀਆਂ ਉੱਥੇ ਦੇ ਜੋ ਲੋਕ ਸੀ ਉਹ ਪੂਰੇ ਤਰੀਕੇ ਦੇ ਨਾਲ ਵੌਇਸਲੈਸ ਸੀਗੇ। ਵੌਇਸਲੈਸ ਦਾ ਮਤਲਬ ਕੀ ਹੋ ਗਿਆ ਕਿ ਉਹਨਾਂ ਨੂੰ ਕੋਈ ਵੀ ਹੱਕ ਨਹੀਂ ਸੀ ਕਿਸੇ ਵੀ ਚੀਜ਼ ਦੇ ਬਾਰੇ ਬੋਲਣ ਦੇ। ਇੱਕ ਤਾਂ ਹੋ ਗਿਆ ਕਿ ਗਵਰਨਮੈਂਟ ਨੂੰ ਕ੍ਰਿਟੀਸਾਈਜ਼ ਕਰਨਾ ਜਾਂ ਰੂਲਰਸ ਨੂੰ ਕ੍ਰਿਟੀਸਾਈਜ਼ ਕਰਨਾ। ਰੂਲਰਸ ਨੂੰ ਤਾਂ ਕ੍ਰਿਟੀਸਾਈਜ਼ ਬਿਲਕੁਲ ਵੀ ਨਹੀਂ ਸੀ ਕੀਤਾ ਜਾਂਦਾ। ਠੀਕ ਹੈ, ਕੀਤਾ ਕਿਉਂ ਨਹੀਂ ਸੀ ਜਾਂਦਾ? ਕਿਉਂਕਿ ਉਹਦੇ ਲਈ ਬਹੁਤ ਹੀ ਹਾਰਸ਼ ਪਨਿਸ਼ਮੈਂਟਸ ਦਿੱਤੀਆਂ ਜਾਂਦੀਆਂ ਸੀ। ਤਾਂ ਇਸੇ ਡਰ ਦੇ ਵਜੋਂ ਲੋਕ ਈਵਨ ਕਿ ਆਪਣੀ ਜੇ ਕੋਈ ਸਮੱਸਿਆਵਾਂ ਵੀ ਨੇ, ਆਪਣੀ ਪ੍ਰੋਬਲਮਸ ਨੇ, ਉਹਨਾਂ ਨੂੰ ਵੀ ਰੂਲਰਸ ਦੇ ਅੱਗੇ ਨਹੀਂ ਰੱਖਿਆ ਜਾਂਦਾ ਸੀ। ਉਹਨਾਂ ਨੂੰ ਕੋਈ ਜੋ ਬੇਸਿਕ ਰਾਈਟ ਹੁੰਦੇ ਨੇ ਜਿਵੇਂ ਕਿ ਫਰੀडम ਆਫ ਸਪੀਚ ਔਰ ਐਕਸਪ੍ਰੈਸ਼ਨ ਹੈ, ਇਹ ਵੀ ਨਹੀਂ ਸੀ। ਤੇ ਹੋਰ ਇੰਪੋਰਟੈਂਟ ਚੀਜ਼, ਕੋਈ ਵੀ ਪੋਪੂਲਰ ਇੰਸਟੀਟਿਊਸ਼ਨਸ ਦੀ ਇੱਥੇ ਗੱਲ ਕੀ ਹੈ? ਦੈਟ ਮੀਨਸ ਕੋਈ ਰਿਪਰੈਜ਼ੈਂਟੇਟਿਵ ਨਹੀਂ ਸੀਗਾ ਇਹਨਾਂ ਦਾ। ਤੇ ਰਿਪਰੈਜ਼ੈਂਟੇਟਿਵ ਕਿੱਥੇ ਹੋਣਗੇ? ਜੇ ਉੱਥੇ ਕੋਈ ਲੈਜਿਸਲੇਟਿਵ ਕਾਉਂਸਲ ਹੋਏਗੀ, ਕੋਈ ਇੱਥੇ ਅਸੈਂਬਲੀ ਹੋਏਗੀ, ਤਾਂ ਉੱਥੇ ਤੁਹਾਡੇ ਰਿਪਰੈਜ਼ੈਂਟੇਟਿਵਸ ਹੋਣਗੇ ਜੋ ਕਿ ਤੁਹਾਡੀ ਸਮੱਸਿਆਵਾਂ ਨੂੰ ਰੂਲਰਸ ਦੇ ਮੂਹਰੇ ਰੱਖ ਸਕਦੇ ਨੇ ਜਾਂ ਸਰਕਾਰ ਦੇ ਅੱਗੇ ਰੱਖ ਸਕਦੇ ਨੇ। ਤਾਂ ਐਵੇਂ ਦਾ ਕੋਈ ਵੀ ਇੰਸਟੀਟਿਊਸ਼ਨਸ ਵੀ ਨਹੀਂ ਸੀ। ਤੇ ਇਹ ਸਾਰੀ ਚੀਜ਼ਾਂ ਥੋੜੀ ਥੋੜੀ ਕਰਕੇ ਹੀ ਸਹੀ ਬਟ ਬ੍ਰਿਟਿਸ਼ ਇੰਡੀਆ ਦੇ ਵਿੱਚ ਨਜ਼ਰ ਆ ਰਹੀਆਂ ਸੀ।
ਤਾਂ ਇਹਨਾਂ ਦੋ ਚੀਜ਼ਾਂ ਨੂੰ ਦੇਖਦੇ ਹੋਏ ਹੀ ਇਹ ਜੋ ਆਰਗੇਨਾਈਜੇਸ਼ਨ ਹੈ ਬਣਦੀ ਹੈ ਤੇ ਪ੍ਰਿੰਸਲੀ ਸਟੇਟਸ ਦੇ ਅਗੇਂਸਟ ਇੱਕ ਮੂਵਮੈਂਟ ਜੋ ਹੈ ਸ਼ੁਰੂ ਹੁੰਦੀ ਹੈ ਤਾਂ ਕਿ ਹੁਣ ਰਿਫਾਰਮਸ ਲਈ ਆਉਣ ਦੀ ਜ਼ਰੂਰਤ ਇਸ ਜਗ੍ਹਾ ਦੇ ਵਿੱਚ ਵੀ ਹੈ। ਅਕਾਲੀ ਲੀਡਰਸ ਨੇ ਦੇਖਿਆ ਕਿ ਆਲਰੇਡੀ ਅਸੀਂ ਕਾਫੀ ਜ਼ਿਆਦਾ ਸਕਸੈਸਫੁਲ ਹੋ ਚੁੱਕੇ ਹਾਂ, ਉਹਨਾਂ ਨੂੰ ਅਸੀਂ ਦੇਖਿਆ ਕਿ ਸਕਸੈਸ ਮਿਲੀ ਕਿਹੜੀ ਚੀਜ਼ ਦੇ ਵਿੱਚ, ਉਹਨਾਂ ਨੇ ਮਹੰਤਾਂ ਦੇ ਹੱਥੋਂ ਗੁਰਦੁਆਰਿਆਂ ਨੂੰ ਲਿੱਤਾ ਤੇ ਸਿੱਖਾਂ ਦੇ ਹੱਥ ਦੇ ਵਿੱਚ ਦਿੱਤਾ ਤੇ ਸਿੱਖ ਮਰਿਆਦਾ ਦੇ ਅਕੋਰਡਿੰਗ ਮੈਨੇਜਮੈਂਟ ਜੋ ਹੈ ਉਹ ਸ਼ੁਰੂ ਹੋ ਚੁੱਕੀ ਸੀ। ਤਾਂ ਇਸ ਕਰਕੇ ਉਹਨਾਂ ਨੂੰ ਇਹ ਚੀਜ਼ ਫੀਲ ਹੋਈ ਕਿ ਹੁਣ ਆਮ ਲੋਕ ਜੋ ਪ੍ਰਿੰਸਲੀ ਸਟੇਟਸ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਵੀ ਉਹਨਾਂ ਦੇ ਸਪਰੈਸ਼ਨ ਤੋਂ ਸਾਨੂੰ ਬਚਾਉਣਾ ਪਏਗਾ। ਤਾਂ ਇਹੀ ਜੋ ਰੀਜ਼ਨ ਹੈ, ਜੋ ਇੱਕ ਦੋ ਤਰੀਕੇ ਦੀ ਜੋ ਸਰਕਾਰਾਂ ਨੇ ਉਹ ਕ੍ਰੀਏਟ ਹੋ ਗਈਆਂ, ਦੋ ਤਰ੍ਹਾਂ ਦੀ ਐਡਮਿਨਿਸਟ੍ਰੇਸ਼ਨ ਜੋ ਸਟਾਰਟ ਹੋ ਗਈ ਬ੍ਰਿਟਿਸ਼ ਇੰਡੀਆ ਦੇ ਵਿੱਚ ਪ੍ਰਿੰਸਲੀ ਸਟੇਟਸ ਦੇ ਵਿੱਚ, ਉਹੀ ਇੱਕ ਇਹਦਾ ਰੀਜ਼ਨ ਬਣਦਾ ਹੈ, ਕਾਰਨ ਬਣਦਾ ਹੈ ਇਹਨਾਂ ਪ੍ਰਜਾ ਮੰਡਲ ਦੇ ਬਣਨ ਦਾ। ਹੁਣ ਅਸੀਂ ਅੱਗੇ ਦੇਖਦੇ ਹਾਂ ਕਿ ਪੰਜਾਬ ਰਿਆਸਤੀ ਪ੍ਰਜਾ ਮੰਡਲ ਦਾ ਜਨਮ ਕਦੋਂ ਤੇ ਕਿੱਥੇ ਹੋਇਆ। ਤਾਂ ਇਹਨੂੰ ਅਕਾਲੀ ਵਰਕਰਸ ਨੇ ਹੀ ਬਣਾਇਆ ਸੀਗਾ, ਕਿੱਥੇ, ਮਾਨਸਾ ਦੇ ਵਿੱਚ। ਅਕਾਲੀ ਵਰਕਰਸ ਉਹੀ ਅਕਾਲੀ ਵਰਕਰਸ ਜਿਸ ਦੇ ਬਾਰੇ ਕਿ ਅਸੀਂ ਗੱਲ ਕੀਤੀ ਸੀ ਪਿੱਛੇ ਕਿ ਇੱਕ ਅਕਾਲੀ ਤੁਹਾਡੀ ਪਬਲੀਕੇਸ਼ਨ ਜੋ ਹੈ ਸ਼ੁਰੂ ਹੁੰਦੀ ਹੈ, ਅਕਾਲੀ ਡੇਲੀ ਨਿਊਜ਼ਪੇਪਰ ਜੋ ਹੈ ਉਹ ਸਟਾਰਟ ਹੁੰਦਾ ਹੈ ਜਿਹਦੇ ਤੋਂ ਹੀ ਜੋ ਹੈ ਉਹਨਾਂ ਦੇ ਲੀਡਰਸ ਨੂੰ ਨਾਮ ਮਿਲਿਆ ਸੀ ਅਕਾਲੀ। ਤਾਂ ਉਹੀ ਅਕਾਲੀ ਵਰਕਰਸ ਨੇ ਜੋ ਹੈ ਇਹ ਆਰਗੇਨਾਈਜੇਸ਼ਨ ਨੂੰ ਬਣਾਇਆ ਤੇ ਇਹਦੇ ਵਿੱਚ ਜੋ ਇਲੈਕਟਿਡ ਪ੍ਰੈਜ਼ੀਡੈਂਟ ਸੀਗੇ ਸਭ ਤੋਂ ਪਹਿਲੇ ਉਹ ਕੌਣ ਸੀ, ਸੇਵਾ ਸਿੰਘ ਠਿਕਰੀਵਾਲਾ, ਜੋ ਕਿ ਆਪਣੇ ਆਪ ਦੇ ਵਿੱਚ ਵੀ ਇੱਕ ਕੌਣ ਸੀ, ਅਕਾਲੀ ਲੀਡਰ ਹੀ ਸੀਗੇ ਪਟਿਆਲਾ ਸਟੇਟ ਦੇ। ਤੇ ਫਰਸਟ ਜਨਰਲ ਸੈਕਟਰੀ ਇੱਥੇ ਬਣਦੇ ਨੇ ਭਗਵਾਨ ਸਿੰਘ ਲੋਂਗੋਵਾਲੀਆ। ਤੇ ਜੋ ਪ੍ਰਜਾ ਮੰਡਲ ਦੀ ਐਕਟੀਵਿਟੀਜ਼ ਨੇ ਉਹ ਸਿਰਫ ਔਰ ਸਿਰਫ ਉਹਨਾਂ ਨੇ ਆਪਣੇ ਆਪ ਨੂੰ ਸੀਮਿਤ ਨਹੀਂ ਕੀਤਾ ਪੰਜਾਬ ਤੱਕ, ਬਲਕਿ ਹੋਰ ਵੀ ਜਿਹੜੀਆਂ ਪ੍ਰਿੰਸਲੀ ਸਟੇਟ ਸੀਗੀਆਂ ਕਸ਼ਮੀਰ ਦੇ ਵਿੱਚ, ਸ਼ਿਮਲਾ ਹਿਲ ਰੀਜਨਸ ਦੇ ਵਿੱਚ, ਤਾਂ ਉਹਨਾਂ ਸਾਰਿਆਂ ਤੱਕ ਹੀ ਆਪਣੀ ਐਕਟੀਵਿਟੀਜ਼ ਜੋ ਹੈ ਉਹ ਕਰਦੇ ਰਹੇ ਕਿ ਹਰ ਚੀਜ਼ ਤੱਕ ਐਕਸੈਸ ਜੋ ਹੈ ਉਹਨਾਂ ਨੇ ਲਿੱਤੀ, ਹਰ ਇੱਕ ਸਟੇਟ ਤੱਕ ਆਪਣੀ ਐਕਸੈਸ ਲਿੱਤੀ ਤਾਂ ਕਿ ਉੱਥੇ ਉਹ ਕਿਸੇ ਤਰੀਕੇ ਦਾ ਕੋਈ ਸੁਧਾਰ ਜੋ ਹੈ ਉਹ ਕਰ ਸਕਣ। ਨੈਕਸਟ ਜੇ ਅਸੀਂ ਹੁਣ ਐਕਟੀਵਿਟੀਜ਼ ਦੇ ਬਾਰੇ ਗੱਲ ਕਰੀਏ ਕਿ ਕੀ ਇਹਨਾਂ ਦੀ ਐਕਟੀਵਿਟੀਜ਼ ਇਹਨਾਂ ਨੇ ਕੀ ਕੀਤੀਆਂ, ਦੈਟ ਮੀਨਸ ਕਿਵੇਂ ਇਹਨਾਂ ਨੇ ਮੂਵਮੈਂਟ ਨੂੰ ਅੱਗੇ ਵਧਾਇਆ, ਕਿਵੇਂ ਇਸ ਆਰਗੇਨਾਈਜੇਸ਼ਨ ਨੇ ਵਰਕ ਕੀਤਾ। ਤਾਂ ਮੇਨ ਇੰਪੋਰਟੈਂਟ ਇੱਥੇ ਚੀਜ਼ ਕੀ ਹੈ ਕਿ ਸ਼ੁਰੂਆਤੀ ਤੌਰ ਦੇ ਵਿੱਚ ਜਦੋਂ ਇਹ ਬਣੀ ਹੀ ਸੀਗੀ ਤਾਂ ਉਦੋਂ ਪ੍ਰਜਾ ਮੰਡਲ ਨੇ ਆਪਣੀ ਐਕਟੀਵਿਟੀਜ਼ ਨੂੰ, ਦੈਟ ਮੀਨਸ ਜੋ ਵੀ ਉਹ ਕੰਮ ਕਰ ਰਹੀ ਸੀ ਪ੍ਰਿੰਸਲੀ ਸਟੇਟ ਦੇ ਵਿੱਚ ਸੁਧਾਰ ਲੈ ਕੇ ਆਉਣ ਦੇ ਲਈ, ਉਹ ਇੱਕ ਰਿਸਟ੍ਰਿਕਟਡ ਏਰੀਆ ਦੇ ਵਿੱਚ ਹੀ ਸੀਗਾ। ਠੀਕ ਹੈ, ਆਪਣੇ ਆਪ ਨੂੰ ਉਹਨਾਂ ਨੇ ਸੀਮਿਤ ਕੀਤਾ ਹੋਇਆ ਸੀ। ਕਿਹੜੀਆਂ ਸਟੇਟ ਤੱਕ, 6 ਸਟੇਟਸ ਦੇ ਜਿਹੜੇ 4 ਮੇਨ ਇੰਪੋਰਟੈਂਟ ਉਹਨਾਂ ਦੇ ਵਿੱਚ ਸਟੇਟ ਆ ਰਹੀਆਂ ਸੀ, ਪਟਿਆਲਾ, ਨਾਭਾ, ਜਿੰਦ ਤੇ ਫਰੀਦਕੋਟ। ਤਾਂ ਇੱਥੇ ਤੱਕ ਹੀ ਉਹ ਸੀਮਿਤ ਸੀਗੇ। ਤਾਂ ਇਹਨਾਂ ਦੇ ਵਿੱਚੋਂ ਵੀ ਜੇ ਅਸੀਂ ਗੱਲ ਕਰੀਏ ਕਿ ਕਿਹੜੇ ਮਹਾਰਾਜੇ ਦੇ ਉਹ ਸਭ ਤੋਂ ਜ਼ਿਆਦਾ ਅਗੇਂਸਟ ਉਹਨਾਂ ਨੇ ਗੱਲ ਕੀਤੀ ਜਾਂ ਕਿਹੜਾ ਸਭ ਤੋਂ ਜ਼ਿਆਦਾ ਮੈਲ ਐਡਮਿਨਿਸਟ੍ਰੇਸ਼ਨ ਕਰ ਰਿਹਾ ਸੀ, ਤਾਂ ਉਹ ਸੀ ਮਹਾਰਾਜਾ ਭੁਪਿੰਦਰ ਸਿੰਘ ਆਫ ਪਟਿਆਲਾ। ਤਾਂ ਇਹਨਾਂ ਦੇ ਅਗੇਂਸਟ ਹੀ ਇਹਨਾਂ ਨੇ ਸਭ ਤੋਂ ਪਹਿਲਾਂ ਹੀ ਇਨੀਸ਼ੀਏਟਿਵ ਲਿੱਤਾ, ਆਪਣੀ ਆਰਗੇਨਾਈਜੇਸ਼ਨ ਬਣਾਈ ਤੇ ਮੂਵਮੈਂਟ ਨੂੰ ਸ਼ੁਰੂ ਕੀਤਾ। ਹੁਣ ਜਦੋਂ ਮਹਾਰਾਜਾ ਭੁਪਿੰਦਰ ਸਿੰਘ ਨੇ ਸਾਰੀ ਚੀਜ਼ਾਂ ਨੂੰ ਦੇਖਿਆ, ਉਹਨੂੰ ਮਹਿਸੂਸ ਕੀਤਾ ਤੇ ਇਹਨੂੰ ਦੇਖਦੇ ਹੋਏ ਹੁਣ ਇਨਸਿਕਿਉਰਿਟੀ ਜੋ ਹੈ ਥੋੜੀ ਫੀਲ ਹੋ ਰਹੀ ਹੈ ਅੰਦਰ। ਤਾਂ ਇਨਸਿਕਿਉਰ ਜਦੋਂ ਉਹਨੇ ਫੀਲ ਕੀਤਾ ਤਾਂ ਉਹਨੇ ਕੀ ਕੋਸ਼ਿਸ਼ ਕੀਤੀ, ਪੂਰੀ ਦੀ ਪੂਰੀ ਇਸ ਆਰਗੇਨਾਈਜੇਸ਼ਨ ਨੂੰ, ਮੂਵਮੈਂਟ ਨੂੰ ਲੀਡਰਲੈਸ ਕਰਨ ਦੀ। ਉਹਨੇ ਕੋਸ਼ਿਸ਼ ਕੀਤੀ ਕਿ ਸੇਵਾ ਸਿੰਘ ਨੂੰ ਹੀ ਜੋ ਹੈ ਉੱਥੋਂ ਕਿਸੇ ਤਰੀਕੇ ਦੇ ਨਾਲ ਰਿਮੂਵ ਕੀਤਾ ਜਾਏ, ਉਹਨੂੰ ਹਟਾਇਆ ਜਾਏ। ਕਿਉਂਕਿ ਜਦੋਂ ਕੋਈ ਆਰਗੇਨਾਈਜੇਸ਼ਨ, ਜਦੋਂ ਕੋਈ ਵੀ ਇੱਕ ਮੂਵਮੈਂਟ ਜੋ ਹੈ ਲੀਡਰਲੈਸ ਹੋ ਜਾਂਦੀ ਹੈ ਤਾਂ ਉਹਨਾਂ ਦੇ ਲੋਕਾਂ ਦੇ ਕੋਲ ਕੋਈ ਵਿਜ਼ਨ ਨਹੀਂ ਰਹਿੰਦੀ, ਕੋਈ ਡਾਇਰੈਕਸ਼ਨ ਦੇਣ ਵਾਲਾ ਨਹੀਂ ਹੁੰਦਾ ਕਿ ਕਿਵੇਂ ਜੋ ਹੈ ਅਸੀਂ ਅੱਗੇ ਵਧਣਾ ਹੈ। ਤੇ ਜਦੋਂ ਕੋਈ ਸਟ੍ਰੈਟਜੀ ਨਹੀਂ ਹੁੰਦੀ ਤਾਂ ਗਲਤੀਆਂ ਹੁੰਦੀਆਂ ਨੇ ਤੇ ਗਲਤੀਆਂ ਦੇ ਵਜੋਂ ਉਹ ਪੂਰੀ ਦੀ ਪੂਰੀ ਮੂਵਮੈਂਟ ਜੋ ਹੈ ਉਹ ਇੱਕ ਫੇਲੀਅਰ ਬਣ ਕੇ ਰਹਿ ਜਾਂਦੀ। ਤਾਂ ਇਸੇ ਕਰਕੇ ਇੱਥੇ ਮਹਾਰਾਜਾ ਭੁਪਿੰਦਰ ਸਿੰਘ ਨੇ ਸੇਵਾ ਸਿੰਘ ਨੂੰ ਗ੍ਰਿਫਤਾਰ ਕਰਵਾਇਆ। ਗ੍ਰਿਫਤਾਰ ਕਿਉਂ ਕਰਵਾਇਆ? ਉਹਦੇ ਤੇ ਚਾਰजेस ਲਗਾਏ। ਕਿਹੜੇ ਚਾਰजेस ਸੀ? ਮਾਈਨਰ ਥੈਫਟ ਦੇ, ਕਿ ਛੋਟੀ ਜਿਹੀ ਉਹਨੇ ਚੋਰੀ ਕੀਤੀ ਹੈ। ਚੋਰੀ ਕਾਹਦੀ ਕੀਤੀ ਹੈ? ਉਹਨੇ ਕਿਹਾ ਕਿ ਇਹਨੇ ਇੱਕ ਗੜਵੀ ਚੋਰੀ ਕੀਤੀ, ਕਿ ਬਹੁਤ ਹੀ ਛੋਟੇ ਜਿਹੇ ਇਲਜ਼ਾਮ ਦੇ ਉੱਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਿਹਦੇ ਕਿ ਫਿਰ ਕੋਰਟ ਦੇ ਵਿੱਚ ਕੇਸ ਵੀ ਚੱਲਿਆ। ਤੇ ਜਦੋਂ ਇਹਨਾਂ ਦੀ ਇਹ ਟ੍ਰਾਇਲ ਹੋ ਰਹੀ ਸੀ ਤਾਂ ਪ੍ਰੋਸੀਕਿਊਟ ਕੀਤਾ ਜਾ ਰਿਹਾ ਸੀ ਇਹਨਾਂ ਨੂੰ, ਤਾਂ ਉਦੋਂ ਉਹ ਚਾਰजेस ਨੂੰ ਜੋ ਹੈ ਕਿਸੇ ਤਰੀਕੇ ਦੇ ਨਾਲ ਉਹਨੂੰ ਐਕਸਪਲੇਨ ਨਹੀਂ ਕਰ ਪਾਏ। ਠੀਕ ਹੈ, ਉਹਨੇ ਇਹ ਚੀਜ਼ ਨਹੀਂ ਦੱਸਿਆ ਕਿ ਐਕਚੁਅਲ ਦੇ ਵਿੱਚ ਇਹਨਾਂ ਨੇ ਚੋਰੀ ਕੀਤੀ ਵੀ ਹੈ ਜਾਂ ਨਹੀਂ। ਤਾਂ ਜਦੋਂ ਚਾਰजेस ਪ੍ਰੂਵ ਨਹੀਂ ਹੋਏ ਤਾਂ ਹੁਣ ਇਹਨਾਂ ਦੀ ਰਿਹਾਈ ਹੋਣੀ ਚਾਹੀਦੀ ਸੀ, ਪਰ ਭੁਪਿੰਦਰ ਸਿੰਘ ਨੇ ਏਦਾਂ ਨਹੀਂ ਕੀਤਾ। ਉਹਨਾਂ ਨੇ ਇਹਨੂੰ ਰਿਹਾ ਨਹੀਂ ਕੀਤਾ, ਸੇਵਾ ਸਿੰਘ ਠਿਕਰੀਵਾਲਾ ਨੂੰ। ਤੇ ਜਦੋਂ ਉਹਨੂੰ ਰਿਹਾ ਨਹੀਂ ਕੀਤਾ ਤਾਂ ਜਿੰਨੇ ਵੀ ਬਾਕੀ ਅਕਾਲੀ ਲੀਡਰ ਸੀ, ਪੂਰਾ ਪ੍ਰਜਾ ਮੰਡਲ ਸੀ, ਹੁਣ ਉਹ ਹੋਰ ਜ਼ਿਆਦਾ ਨਾਰਾਜ਼ ਤੇ ਖਫਾ ਹੋ ਗਿਆ ਮਹਾਰਾਜਾ ਭੁਪਿੰਦਰ ਸਿੰਘ ਦੇ ਨਾਲ। ਕਿਉਂ ਹੋਇਆ? ਕਿਉਂਕਿ ਜਦੋਂ ਜਿਸ ਇਨਸਾਨ ਦਾ ਕੋਈ ਦੋਸ਼ ਨਹੀਂ ਹੈ ਤੁਸੀਂ ਉਹਨੂੰ ਬਿਨਾਂ ਦੋਸ਼ ਦੇ ਫੜ ਕੇ ਜੇਲ੍ਹ ਦੇ ਵਿੱਚ ਨਹੀਂ ਪਾ ਸਕਦੇ ਹੋ। ਤਾਂ ਇਸ ਕਰਕੇ ਉਹਨਾਂ ਨੇ ਹੁਣ ਮਹਾਰਾਜੇ ਦੇ ਅਗੇਂਸਟ ਜੋ ਹੈ ਪ੍ਰੋਟੈਸਟ ਕਰਨਾ ਸ਼ੁਰੂ ਕਰ ਦਿੱਤਾ।
ਜਦੋਂ ਉਹਨਾਂ ਨੇ ਪ੍ਰੋਟੈਸਟ ਕੀਤਾ ਤਾਂ ਇਸ ਪ੍ਰੋਟੈਸਟ ਦੇ ਵਿੱਚ ਵੀ ਜਿਹੜੇ ਮੇਨ ਲੀਡਰ ਸੀਗੇ ਜਿਵੇਂ ਕਿ ਮਾਸਟਰ ਤਾਰਾ ਸਿੰਘ ਵਗੈਰਾ, ਤਾਂ ਉਹਨਾਂ ਸਾਰਿਆਂ ਨੂੰ ਹੀ ਇਹਨਾਂ ਨੇ ਦੁਬਾਰਾ ਤੋਂ ਚੱਕ ਕੇ ਉਹਨਾਂ ਨੂੰ ਵੀ ਜੇਲ੍ਹ ਦੇ ਵਿੱਚ ਪਾਤਾ ਤੇ ਪੂਰੀ ਦੀ ਪੂਰੀ ਇਸ ਜੋ ਪ੍ਰੋਟੈਸਟ ਸੀਗਾ ਉਹਨੂੰ ਸਪਰੈਸ ਕਰਨ ਦੀ ਕੋਸ਼ਿਸ਼ ਕੀਤੀ। ਸਟ੍ਰਿਕਟ ਐਕਸ਼ਨ ਜੋ ਨੇ ਇਹਨਾਂ ਦੇ ਅਗੇਂਸਟ ਲਿੱਤੇ ਗਏ, ਇਹਨਾਂ ਨੂੰ ਮਾਰਿਆ ਪਿੱਟਿਆ ਗਿਆ ਤੇ ਸਾਰੇ ਮੇਨ ਲੀਡਰਸ ਨੂੰ ਚੱਕ ਕੇ ਜੇਲ੍ਹ 'ਚ ਪਾਤਾ। ਤਾਂ ਇਹ ਚੀਜ਼ ਨੂੰ ਦੇਖਦੇ ਹੋਏ ਹੁਣ ਆਮ ਲੋਕ ਜਿਹੜੇ ਸੀਗੇ ਉਹਨਾਂ ਨੂੰ ਵੀ ਫੀਲ ਹੋਇਆ ਕਿ ਵਾਕਈ ਜੋ ਮਹਾਰਾਜਾ ਜੋ ਹੈ ਉਹ ਬਹੁਤ ਜ਼ਿਆਦਾ ਗਲਤ ਕਰ ਰਿਹਾ ਹੈ, ਜ਼ਿਆਦਤੀ ਕਰ ਰਿਹਾ ਹੈ। ਤਾਂ ਇਸ ਕਰਕੇ ਹੁਣ ਆਮ ਲੋਕ ਜੋ ਸੀਗੇ ਉਹ ਵੀ ਇਸ ਮੂਵਮੈਂਟ ਨੂੰ ਆ ਕੇ ਉਹਨਾਂ ਨੇ ਜੁਆਇਨ ਕੀਤਾ ਤੇ ਦੁਬਾਰਾ ਪ੍ਰੋਟੈਸਟ ਹੋਣੇ ਸ਼ੁਰੂ ਹੋ ਗਏ। ਤਾਂ ਹੁਣ ਇੱਥੇ ਮਹਾਰਾਜਾ ਜੋ ਭੁਪਿੰਦਰ ਸਿੰਘ ਸੀਗਾ ਉਹ ਇੰਨੇ ਜ਼ਿਆਦਾ ਐਜੀਟੇਸ਼ਨ ਨੂੰ, ਪ੍ਰੋਟੈਸਟ ਨੂੰ ਫੇਸ ਨਹੀਂ ਸੀ ਕਰ ਪਾਇਆ ਤੇ ਜਿਹਦੇ ਵਜ੍ਹਾ ਤੋਂ ਉਹਨੇ ਲਾਸਟ ਵਿੱਚ ਕੀ ਡਿਸੀਜਨ ਲਿੱਤਾ ਕਿ ਉਹ ਸੇਵਾ ਸਿੰਘ ਠਿਕਰੀਵਾਲਾ ਨੂੰ ਰਿਹਾ ਕਰ ਦੇਗਾ ਤੇ ਉਹਨੇ ਰਿਹਾ ਕਰ ਵੀ ਦਿੱਤਾ। ਤੇ ਜਦੋਂ ਉਹਨਾਂ ਦੀ ਰਿਹਾਈ ਹੋ ਜਾਂਦੀ ਹੈ, ਰਿਹਾਈ ਤੋਂ ਬਾਅਦ ਸੇਵਾ ਸਿੰਘ ਨੇ ਆਪਣੇ ਆਪ ਨੂੰ ਪੂਰੇ ਤਰੀਕੇ ਦੇ ਨਾਲ ਡੈਡੀਕੇਟ ਕਰਤਾ ਕਿ ਹੁਣ ਉਹ ਲੋਕਾਂ ਨੂੰ ਇਨਸਾਫ ਦਿਵਾ ਕੇ ਰਹੇਗਾ ਤੇ ਇਸ ਮੈਲ ਐਡਮਿਨਿਸਟ੍ਰੇਸ਼ਨ ਤੋਂ ਲੋਕਾਂ ਨੂੰ ਬਚਾ ਕੇ ਰਹੇਗਾ। ਤਾਂ ਇਸ ਕਰਕੇ ਫਿਰ 1929 ਦੇ ਵਿੱਚ ਇੱਕ ਡਾਕੂਮੈਂਟ ਜਾਰੀ ਕੀਤਾ ਗਿਆ, ਮੈਮੋਰੈਂਡਮ ਇੰਡਿਕਟਮੈਂਟ ਆਫ ਪਟਿਆਲਾ, ਜੋ ਕਿ ਹੈ ਕੀ ਸੀ, ਇੱਕ ਤਰੀਕੇ ਦਾ ਕੱਚਾ ਚਿੱਠਾ ਸੀ ਮਹਾਰਾਜੇ ਦੇ ਬਾਰੇ, ਜਿਹਨੂੰ ਕਿ ਕਿਹਦੇ ਮੂਹਰੇ ਪ੍ਰੈਜ਼ੈਂਟ ਕੀਤਾ ਗਿਆ, ਵਾਇਸਰਾਏ ਆਫ ਇੰਡੀਆ। ਉਹਦੇ ਵਿੱਚ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਜੋ ਮਹਾਰਾਜਾ ਭੁਪਿੰਦਰ ਸਿੰਘ ਹੈ ਉਹ ਮਿਸਰੂਲ ਕਰ ਰਿਹਾ ਹੈ ਸਟੇਟਸ ਨੂੰ। ਮਿਸਰੂਲ ਕਰਨਾ, ਮੈਲ ਐਡਮਿਨਿਸਟ੍ਰੇਸ਼ਨ, ਕਿ ਵਧੀਆ ਤਰੀਕੇ ਦੇ ਨਾਲ ਐਡਮਿਨਿਸਟਰ ਨਹੀਂ ਕਰ ਰਿਹਾ। ਜਿੰਨਾ ਵੀ ਇਹਦੇ ਕੋਲ ਰੈਵਨਿਊ ਕਲੈਕਟ ਹੁੰਦਾ ਹੈ ਆਪਣੇ ਪ੍ਰਾਈਵੇਟ ਇੰਟਰਸਟ ਦੇ ਲਈ ਵਰਤ ਰਿਹਾ ਹੈ, ਲੋਕਾਂ ਦੀ ਭਲਾਈ ਦੇ ਲਈ ਕੋਈ ਵੀ ਪੈਸਾ ਨਹੀਂ ਖਰਚਿਆ ਜਾ ਰਿਹਾ। ਮਿਸਕੰਡਕਟ ਹੋ ਗਿਆ ਕਿ ਉਹ ਦੁਰਵਿਵਹਾਰ ਕਰਦਾ ਹੈ ਲੋਕਾਂ ਦੇ ਨਾਲ, ਜੇ ਕੋਈ ਪੀਸਫੁਲੀ ਐਜੀਟੇਟ ਵੀ ਕਰਦਾ ਹੈ, ਪ੍ਰੋਟੈਸਟ ਕਰਦਾ ਹੈ, ਇਹ ਉਹਨੂੰ ਸਪਰੈਸ ਕਰਨ ਦੇ ਲਈ ਸਟ੍ਰਿਕਟ ਐਕਸ਼ਨ ਲੈਂਦੇ ਨੇ ਕਿ ਉਹਨਾਂ ਤੇ ਲਾਠੀ ਚਾਰਜ ਕੀਤਾ ਜਾਂਦਾ, ਉਹਨਾਂ ਨੂੰ ਮਾਰਿਆ ਜਾਂਦਾ ਹੈ। ਐਵੇਂ ਦੀ ਚੀਜ਼ਾਂ ਜੋ ਹੈ ਇਹ ਮਹਾਰਾਜਾ ਕਰ ਰਿਹਾ। ਤਾਂ ਇਸ ਤਰੀਕੇ ਦੇ ਨਾਲ ਇਹ ਪੂਰਾ ਦਾ ਪੂਰਾ ਕੱਚਾ ਚਿੱਠਾ ਜੋ ਹੈ ਉਹ ਵਾਇਸਰਾਏ ਦੇ ਮੂਹਰੇ ਰੱਖਿਆ ਗਿਆ ਤੇ ਉਹਨਾਂ ਨੇ ਫਿਰ ਇੱਕ ਕਾਨਫਰੰਸ ਵੀ ਬਣਾਈ ਤੇ ਉਸ ਕਾਨਫਰੰਸ ਨੇ ਫਰਦਰ ਆ ਕੇ ਸਟੱਡੀ ਕੀਤਾ, ਸਾਰੀ ਚੀਜ਼ਾਂ ਨੂੰ ਜੋ ਹੈ ਵੈਰੀਫਾਈ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਫਿਰ ਇਹ ਚੀਜ਼ ਉਹ ਮਿਲਦੀ ਵੀ ਹੈ ਕਿ ਮਹਾਰਾਜਾ ਗਿਲਟੀ ਪਾਇਆ ਵੀ ਜਾਂਦਾ ਹੈ, ਬਹੁਤ ਸਾਰੇ ਚਾਰजेस ਜੋ ਨੇ ਉਹਦੇ ਤੇ ਲੱਗੇ ਵੀ। ਬਟ ਗੱਲ ਇਹ ਸੀ ਕਿ ਬ੍ਰਿਟਿਸ਼ ਗਵਰਨਮੈਂਟ ਨੇ ਇੱਥੇ ਉਹਦੇ ਅਗੇਂਸਟ ਕੋਈ ਐਕਸ਼ਨ ਨਹੀਂ ਲਿੱਤਾ ਮਹਾਰਾਜੇ ਦੇ ਅਗੇਂਸਟ। ਕਿਉਂ ਨਹੀਂ ਲਿੱਤਾ? ਕਿਉਂਕਿ ਇਹ ਉਹੀ ਪ੍ਰਿੰਸਲੀ ਸਟੇਟ ਸੀਗੀਆਂ ਜਿਨ੍ਹਾਂ ਨੇ ਕਿ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਵੀ ਬ੍ਰਿਟਿਸ਼ ਨੂੰ ਜੋ ਹੈ ਉਹ ਹੈਲਪ ਕੀਤੀ ਸੀ। ਠੀਕ ਹੈ, ਜਦੋਂ ਅਸੀਂ ਆਪਣੀ ਪਿਛਲੀ ਕਲਾਸਿਸ ਦੇ ਵਿੱਚ ਪੜ੍ਹਿਆ ਕਿ ਰਣਜੀਤ ਸਿੰਘ ਹੋਰ ਜ਼ਿਆਦਾ ਐਕਸਪੈਂਡ ਕਰਨਾ ਚਾਹੁੰਦਾ ਸੀ ਆਪਣੇ ਰੀਜਨ ਨੂੰ, ਬਟ ਫਿਰ ਬ੍ਰਿਟਿਸ਼ ਦੇ ਨਾਲ ਟ੍ਰੀਟੀ ਹੋ ਗਈ ਸੀ। ਤਾਂ ਉਦੋਂ ਇਹ ਟ੍ਰੀਟੀ ਦੇ ਪਹਿਲਾਂ ਇਹ ਸਾਰੀ ਦੇ ਸਾਰੀ ਜੋ ਮਹਾਰਾਜੇ ਸੀਗੇ, ਠੀਕ ਹੈ, ਸਦਰਨ ਸਾਈਡ ਦੇ ਵਿੱਚ, ਸਤਲੁਜ ਦੇ ਸਦਰਨ ਸਾਈਡ ਦੇ ਵਿੱਚ ਸਾਰੇ ਉਹਨੂੰ ਹੈਲਪ ਕਰ ਰਹੇ ਸੀ ਬ੍ਰਿਟਿਸ਼ ਨੂੰ। ਤਾਂ ਇਸ ਕਰਕੇ ਬ੍ਰਿਟਿਸ਼ ਨੇ ਕੋਈ ਵੀ ਐਕਸ਼ਨ ਜੋ ਹੈ ਉਹਨਾਂ ਦੇ ਅਗੇਂਸਟ ਇੱਥੇ ਨਹੀਂ ਲਿੱਤਾ। ਜਦੋਂ ਉਹਦੇ ਅਗੇਂਸਟ ਕੋਈ ਐਕਸ਼ਨ ਹੀ ਨਹੀਂ ਲਿੱਤਾ ਤਾਂ ਉਸ ਤੋਂ ਬਾਅਦ ਪ੍ਰਜਾ ਮੰਡਲ ਨੇ ਦੁਬਾਰਾ ਉਹ ਇੱਕ ਮੈਮੋਰੈਂਡਮ ਲੈ ਕੇ ਆਂਦੀ ਹੈ ਪਟਿਆਲਾ ਦੇ ਅਗੇਂਸਟ, ਪਟਿਆਲੇ ਦੇ ਮਹਾਰਾਜੇ ਦੇ ਅਗੇਂਸਟ, ਕਿ ਦੁਬਾਰਾ ਜੋ ਹੈ ਅਸੀਂ ਇਹ ਚੀਜ਼ ਨੂੰ ਦੇਖਦੇ ਹਾਂ ਕਿ ਕਿਸੇ ਤਰੀਕੇ ਦੇ ਨਾਲ ਜੇ ਬ੍ਰਿਟਿਸ਼ ਗਵਰਨਮੈਂਟ ਜੋ ਹੈ ਸਾਡੀ ਹੈਲਪ ਕਰ ਸਕੇ ਇਹਨੂੰ ਸਪਰੈਸ ਕਰਨ ਦੇ ਲਈ। ਪਰ ਪਟਿਆਲਾ ਰੂਲਰ ਨੇ ਹੁਣ ਇਸ ਟਾਈਮ ਕੀ ਕੀਤਾ ਸੀਗਾ, ਉਹਨੇ ਬਹੁਤ ਸਾਰੀਆਂ ਇੰਸਟਰਕਸ਼ਨਸ ਇਸ਼ੂ ਕਰ ਦਿੱਤੀਆਂ ਕਿ ਸਟੇਟ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਵੀ ਪੋਲੀਟੀਕਲ ਐਕਟੀਵਿਟੀ ਜੋ ਹੈ ਉਹ ਨਹੀਂ ਹੋਏਗੀ। ਹਰ ਤਰੀਕੇ ਦੀ ਪੋਲੀਟੀਕਲ ਐਕਟੀਵਿਟੀ ਨੂੰ ਉੱਥੇ ਬੈਨ ਕਰ ਦਿੱਤਾ ਗਿਆ। ਤੇ ਇਹਨਾਂ ਹੀ ਇੰਸਟਰਕਸ਼ਨਸ ਦੇ ਅੰਦਰ ਹੀ ਸੇਵਾ ਸਿੰਘ ਨੂੰ ਉਹਨਾਂ ਨੇ ਦੁਬਾਰਾ ਅਰੈਸਟ ਕਰ ਲਿਆ ਤੇ ਜਿਵੇਂ ਹੀ ਉਹਨਾਂ ਦੀ ਦੁਬਾਰਾ ਅਰੈਸਟ ਹੁੰਦੀ ਹੈ, ਦੁਬਾਰਾ ਫਿਰ ਤੋਂ ਜੋ ਹੈ ਉਹਨਾਂ ਦੇ ਅਗੇਂਸਟ ਪ੍ਰੋਟੈਸਟ ਹੁੰਦਾ ਹੈ। ਤੇ ਈਵਨ ਕਿ ਸੇਵਾ ਸਿੰਘ ਨੇ ਖੁਦ ਵੀ ਪ੍ਰੋਟੈਸਟ ਕੀਤਾ ਜੇਲ੍ਹ ਦੇ ਅੰਦਰ ਰਹਿੰਦੇ ਹੋਏ, ਕਿਉਂਕਿ ਜੇਲ੍ਹ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਬੁਰਾ ਟ੍ਰੀਟਮੈਂਟ ਜੋ ਹੈ ਮਿਲ ਰਿਹਾ ਸੀ, ਉਹਨਾਂ ਨੂੰ ਬੜੇ ਬੁਰੇ ਤਰੀਕੇ ਦੇ ਨਾਲ ਟ੍ਰੀਟ ਕੀਤਾ ਜਾ ਰਿਹਾ ਸੀ। ਤੇ ਫਿਰ ਉਹਨਾਂ ਦੀ ਜੋ ਡੈਥ ਹੈ ਸੇਵਾ ਸਿੰਘ ਦੀ, ਉਹ ਵੀ ਜੇਲ੍ਹ ਦੇ ਵਿੱਚ ਹੀ ਹੁੰਦੀ ਹੈ ਤੇ ਉਹਨਾਂ ਦੀ ਡੈਥ ਦੇ ਨਾਲ ਹੀ ਪੂਰਾ ਜੋ ਇਹ ਪ੍ਰਜਾ ਮੰਡਲ ਦਾ ਇੱਕ ਮੇਨ ਥਰਸਟ ਸੀਗੀ, ਪੂਰੀ ਜਿਹੜੀ ਉਹਦੀ ਜਾਨ ਸੀ, ਜੋ ਉਹਦੀ ਇੱਕ ਸੋਲ ਸੀ ਕਿ ਜਿਸ ਦੇ ਨਾਲ ਉਹ ਪੂਰੀ ਆਰਗੇਨਾਈਜੇਸ਼ਨ ਅੱਗੇ ਵੱਧ ਰਹੀ ਸੀ, ਕੰਮ ਕਰ ਰਹੀ ਸੀ, ਉਹ ਖਤਮ ਹੋ ਜਾਂਦੀ ਹੈ 1935 ਦੇ ਵਿੱਚ ਜੋ ਹੈ ਇਹਨਾਂ ਦੀ ਡੈਥ ਹੋਈ ਸੇਵਾ ਸਿੰਘ ਦੀ ਪਟਿਆਲਾ ਜੇਲ੍ਹ ਦੇ ਵਿੱਚ ਹੀ। ਦੈਨ ਉਸ ਤੋਂ ਬਾਅਦ ਪਟਿਆਲਾ ਦੀ ਜੋ ਗਵਰਨਮੈਂਟ ਹੈ ਉਹ ਇੱਕ ਐਗਰੀਮੈਂਟ ਕਰਦੀ ਹੈ, ਕਿਹਦੇ ਨਾਲ ਐਗਰੀਮੈਂਟ ਕਰਦੀ ਹੈ, ਸਾਰੇ ਅਕਾਲੀ ਲੀਡਰਸ ਦੇ ਨਾਲ, ਪੂਰੀ ਪ੍ਰਜਾ ਮੰਡਲ ਦੇ ਨਾਲ ਐਗਰੀਮੈਂਟ ਕੀਤਾ ਜਾਂਦਾ ਹੈ ਕਿ ਤੁਸੀਂ ਆਪਣਾ ਪੂਰਾ ਦਾ ਪੂਰਾ ਇਹ ਮੂਵਮੈਂਟ ਜੋ ਹੈ ਉਹਨੂੰ ਵਿਦਡਰਾ ਕਰ ਲਓ ਤੇ ਅਸੀਂ ਜਿੰਨੇ ਵੀ ਤੁਹਾਡੇ ਲੀਡਰਸ ਨੂੰ ਅਸੀਂ ਫੜਿਆ ਹੋਇਆ ਅਸੀਂ ਉਹਨਾਂ ਨੂੰ ਰਿਹਾ ਕਰ ਦੇਵਾਂਗੇ। ਤਾਂ ਇਹ ਐਗਰੀਮੈਂਟ ਹੁੰਦਾ ਹੈ। ਐਗਰੀਮੈਂਟ ਤੋਂ ਬਾਅਦ ਜਿੰਨੇ ਮੇਨ ਲੀਡਰ ਸੀਗੇ ਜਿਵੇਂ ਕਿ ਮਾਸਟਰ ਤਾਰਾ ਸਿੰਘ, ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ। ਤਾਂ ਜਦੋਂ ਅਕਾਲੀਆਂ ਨੇ ਵਿਦਡਰਾ ਕਰ ਲਿਆ ਤਾਂ ਉਸੇ ਤਰੀਕੇ ਦੇ ਨਾਲ ਜੋ ਪ੍ਰਜਾ ਮੰਡਲ ਹੈ ਉਹ ਹੋਰ ਵੀ ਜ਼ਿਆਦਾ ਕਮਜ਼ੋਰ ਪੈ ਗਈ। ਤਾਂ ਇਸੇ ਤਰੀਕੇ ਦੇ ਨਾਲ ਪ੍ਰਜਾ ਮੰਡਲ ਜੋ ਹੈ ਉਹ ਪੂਰੇ ਤਰੀਕੇ ਦੇ ਨਾਲ ਖਤਮ ਹੋ ਜਾਂਦੀ ਹੈ, ਉਹਦੀ ਡਿਕਲਾਈਨ ਹੋ ਜਾਂਦੀ ਹੈ। ਨੈਕਸਟ ਕਲਾਸ ਦੇ ਵਿੱਚ ਹੁਣ ਅਸੀਂ ਗੱਲ ਕਰਾਂਗੇ ਪੰਜਾਬ ਦੀ ਫਾਰਮੇਸ਼ਨ ਦੇ ਬਾਰੇ। ਥੈਂਕ ਯੂ।